ਕੀਤਾ 12 ਮਹੀਨੇ ਦਾ ਅਪਫਰੰਟ। ਅੱਛਾ ਜੀ। ਅੱਛਾ ਜੀ, ਉਸ ਤੋਂ ਬਾਅਦ ਉਹ ਹੁਣ ਜਿਹੜਾ ਲੈਂਡਲੋਰਡ ਸੀ, ਉਹ ਕਿਤੇ ਰਹਿ ਰਿਹਾ ਸੀ ਬ੍ਰੈਂਟਫੋਰਡ 'ਚ। ਉੱਥੋਂ ਅੱਛਾ ਜੀ। ਉਹਨੇ ਆਪਣੇ ਘਰ ਵੇਚਿਆ। ਉਹਦਾ ਦੂਸਰਾ ਘਰ ਜਿਹੜਾ ਸੀ ਉਹ ਕਿਤੇ ਹੈਮਿਲਟਨ ਦੇ ਨੇੜੇ ਤੇੜੇ ਸੀ, ਤੇ ਮੈਂ ਅੱਛਾ ਜੀ। ਪ੍ਰਿਸਾਈਜ਼ ਜਗ੍ਹਾ ਨਹੀਂ ਦੱਸਦਾ ਕਿਉਂ ਕੰਫੀਡੈਂਸ਼ੀਅਲਿਟੀ ਦੇ ਬਾਰੇ ਜੀ ਜੀ, ਦੇ ਦੈਟਸ ਵਿੱਚ ਫਾਈਨ, ਵਜ੍ਹਾ ਤੋਂ। ਆਈ ਐਗਰੀ ਹੈ। ਤੇ ਉਹਦੇ 'ਚ ਕੀ ਹੋਇਆ ਕਿ ਉਸ ਬੰਦੇ ਨੇ, ਉਹਦੀ ਵਾਈਫ ਨੇ ਇੱਕ ਮਿਸਕੈਰੇਜ ਹੋ ਗਿਆ। ਦੂਸਰਾ ਬੱਚਾ ਜੀ ਡਿਊ ਹੈ ਦਸੰਬਰ ਦੇ ਵਿੱਚ। ਜੀ ਤੇ ਉਹਨੇ ਆਪਣਾ ਘਰ ਵੇਚ ਦਿੱਤਾ। ਉਹ ਹੁਣ ਆਪਣੇ ਘਰ ਹੈਮਿਲਟਨ ਦੇ ਵਿੱਚ ਆਉਣਾ ਚਾਹੁੰਦਾ ਹੈ। ਜੀ ਉਹਨੇ ਉਹਨੂੰ N12 ਨੋਟਿਸ ਮੈਂ ਉਹਨੂੰ ਦਿੱਤਾ ਕਿ ਭਾਈ, ਉਹਨੇ ਪਹਿਲਾਂ ਰਿਕੁਐਸਟ ਕੀਤੀ ਕਿ ਮੈਂ ਆਪਣਾ ਘਰ ਵੇਚ ਰਿਹਾ, ਮੇਰੀ ਜੀ ਵਾਈਫ ਐਕਸਪੈਕਟ ਕਰ ਰਹੀ ਹੈ, ਤੇ ਤੂੰ ਕਾਈਂਡਲੀ ਇਸ ਡੇਟ ਤੱਕ ਚਲਾ ਜਾ। ਨੋਟਿਸ, ਪ੍ਰੋਪਰ ਨੋਟਿਸ ਉਹਨਾਂ ਨੂੰ ਦਿੱਤਾ। ਜੀ। ਉਹ ਜਿਸ ਦਿਨ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ, ਉਸ ਦਿਨ ਤੋਂ ਲੈ ਕੇ ਇਹ ਨੋਟਿਸ ਉਹਨੂੰ ਦਿੱਤਾ 29 ਜਨਵਰੀ 2022, ਤੇ ਅੱਛਾ ਜੀ। ਹੁਣ ਆ ਗਿਆ ਨਵੰਬਰ, ਤੇ ਜੀ ਜਨਵਰੀ ਤੋਂ ਲੈ ਕੇ ਹੁਣ ਤੱਕ ਦਾ ਉਹਨੇ ਇੱਕ ਰੈਂਟ ਪੇ ਨਹੀਂ ਕੀਤਾ। $2800 ਰੈਂਟ ਹੈ, ਤੇ $2800 ਰੈਂਟ ਹੁਣ 11 ਮਹੀਨੇ ਹੋ ਗਏ, ਉਹਨੇ ਕੋਈ ਰੈਂਟ ਪੇ ਨਹੀਂ ਕੀਤਾ। ਤੇ ਜਿਹੜਾ 1 ਸਾਲ ਦਾ ਪੇ ਕਰਨ ਤੋਂ ਬਾਅਦ ਅਗਲੇ ਸਾਲ ਦੀ ਗੱਲ ਹੋ ਰਹੀ ਹੈ? ਅਗਲੇ ਸਾਲ ਦੀ ਗੱਲ ਹੋ ਰਹੀ ਹੈ। ਉਹ ਨਾ ਅੱਛਾ ਨਿਕਲ ਕੇ ਅੱਛਾ। ਜਾ ਰਿਹਾ, ਨਾ ਨਿਕਲ ਕੇ ਜਾ ਰਿਹਾ, ਨਾ ਰੈਂਟ ਪੇ ਕਰ ਰਿਹਾ। ਤੇ 7 ਮਹੀਨੇ ਹੋ ਗਏ ਐਪਲੀਕੇਸ਼ਨ ਨੂੰ ਲੈਂਡਲੋਰਡ ਐਂਡ ਟੈਨੈਂਟ ਬੋਰਡ ਦੇ ਵਿੱਚ ਪਈ ਹੈ। ਮੈਂ 3-4 ਰਿਕੁਐਸਟ ਪਾ ਚੁੱਕੇ ਹਾਂ ਅਰਲੀ ਹੀਅਰਿੰਗ ਦੀ, ਕੋਈ ਜਵਾਬ ਨਹੀਂ ਆਇਆ। ਲੈਂਡਲੋਰਡ ਐਂਡ ਟੈਨੈਂਟ ਬੋਰਡ ਅਨਫੋਰਚੂਨੇਟਲੀ ਸਿਸਟਮ ਇਜ਼ ਸੋ ਬੈਕਲੌਗਡ ਕਿ ਹੁਣ ਜੀ ਜੇ ਤੁਸੀਂ ਕੁਝ ਐਪਲੀਕੇਸ਼ਨ ਜੇ ਅੱਜ ਪਾਉਂਦੇ ਹੋ, ਤੇ ਉਹ ਤੁਹਾਨੂੰ ਈਮੇਲ ਆ ਜਾਂਦੀ ਹੈ ਐਕਨੋਲੇਜਮੈਂਟ ਦੀ। ਉਹਦੇ ਤੇ ਜੀ। ਲਿਖਿਆ ਹੁੰਦਾ ਕਿ ਜੀ ਵੀ ਆਰ ਵਰਕਿੰਗ ਵੈਰੀ ਹਾਰਡ ਟੂ ਡਿਲੀਵਰ ਦ ਸਰਵਿਸਿਜ਼, ਹਾਊਐਵਰ ਦ ਕਰੰਟ ਵੇਟ ਟਾਈਮ ਇਜ਼ 7 to 8 months। ਇਹ ਵੀ ਤੇ ਗੱਲ ਜਿਹੜੇ ਠੀਕ ਹੈ ਜੀ। ਇਹ ਟੈਨੈਂਟ ਹੁਣ ਅੱਜ ਕੱਲ੍ਹ ਤੁਹਾਡਾ ਨੇ, ਦੂਸਰਾ ਪੱਖ ਹੋ ਗਿਆ, ਕਿਉਂਕਿ ਤੁਸੀਂ ਹੁਣ ਦੇਖ ਰਹੇ ਹੋ ਦੋਨਾਂ ਸਿਰਿਆਂ ਦੇ ਉੱਤੋਂ ਕਿ ਜੀ ਤੁਹਾਡਾ ਲੈਂਡਲੋਰਡ ਵਾਲੇ ਪਾਸੇ ਕੀ ਸਿਚੁਏਸ਼ਨ ਆ। ਅਸੀਂ ਦੇਖਦੇ ਹਾਂ ਜੇ ਸਾਡੇ ਕੋਲ ਟੈਨੈਂਟ ਹੈਗਾ ਕਿ ਯਾਰ ਟੈਨੈਂਟ ਪਰਸਪੈਕਟਿਵ ਕੀ ਹੈਗਾ। ਸੋ ਜੀ ਇਹ ਜੀ ਨੋ ਦਿਸ ਮੇਕਸ ਅ ਬੈਲੈਂਸਡ ਆਰਗੂਮੈਂਟ, ਆਈ ਟੋਟਲੀ ਅੰਡਰਸਟੈਂਡ ਇਟ। ਪਰ ਫਿਰ ਤਾਂ ਇੱਕੋ ਰਸਤਾ ਰਹਿ ਗਿਆ ਜੀ, ਗੌਰਮੈਂਟ ਕੋਈ ਇਹੋ ਜਿਹੀ ਸਕੀਮ ਸ਼ੁਰੂ ਕਰੇ ਜਿਹਦੇ 'ਚ ਉਹ ਲੈਂਡਲੋਰਡ ਨੂੰ ਇੱਕ ਗਰੰਟੀ ਦੇਵੇ, ਭਾਈ ਜੇ ਇਹਨੇ ਤੇਰੇ ਨਾਲ ਸਾਲ ਦੀ ਲੀਜ਼ ਕੀਤੀ ਹੈ ਤੇ ਅਸੀਂ ਮੇਕ ਸ਼ੋਰ ਕਰਾਵਾਂਗੇ ਕਿ ਤੈਨੂੰ ਸਾਲ ਦੀਆਂ ਪੇਮੈਂਟਾਂ ਕਰਦਾ ਰਹੇ। ਜਾਂ ਉਹ ਕੋਈ ਇਨਡਾਇਰੈਕਟਲੀ ਹੋ ਜਾ ਅਰੇਂਜਮੈਂਟ ਕਰਨ ਕਿ ਟੈਨੈਂਟ ਦੇ ਥਰੂ ਪੇਮੈਂਟ ਰੂਟ ਹੋ ਜਾਏ। ਮੈਨੂੰ ਪਤਾ ਸਰਕਾਰ ਕੋਲ ਰਿਸੋਰਸ ਉਹਨਾਂ ਨੇ ਕਹਿਣਾ ਸਾਡੇ ਕੋਲ ਹੈ ਨਹੀਂ ਗੇ, ਅਸੀਂ ਕਿੱਦਾਂ ਇਹ ਕਰ ਸਕਦੇ ਹਾਂ। ਆਈ ਟੋਟਲੀ ਗੈਟ ਇਟ। ਪਰ ਜੇ ਇਹਨਾਂ ਨੂੰ ਹੈਲਪ ਕਰਨੀ ਪੈਣੀ ਹੈ ਤਾਂ ਫਿਰ ਇਹਨੂੰ ਕਰਨੀ ਪੈਣੀ। ਉਹਦੇ ਸਿੰਪਲ 'ਚ ਜੀ ਮੇਰੀ ਗੱਲ। ਗੁਜ਼ਾਰਿਸ਼ ਹੈ ਕਿ ਲੈਂਡਲੋਰਡ ਐਂਡ ਟੈਨੈਂਟ ਬੋਰਡ ਇਜ਼ ਦਾ ਓਨਲੀ ਅਥਾਰਟੀ। ਜੀ ਲੋਕੀ ਮਿਸਕਨਸੈਪਸ਼ਨ ਕਈ ਵਾਰੀ ਹੁੰਦੀ ਹੈ ਕਿ ਜੀ ਅਸੀਂ ਕੋਰਟ 'ਚ ਲੈ ਜਾਈਏ। ਤੁਸੀਂ ਕੋਰਟ ਦੇ ਵਿੱਚ ਲੈ ਜਾਓਗੇ ਟੈਨੈਂਟ ਨੂੰ, ਤੇ ਕੋਰਟ ਤੁਹਾਨੂੰ ਇਹ ਕਹੇਗੀ ਕਿ ਜੀ ਸਾਡੀ ਜੂਰਿਸਡਿਕਸ਼ਨ ਹੀ ਨਹੀਂ ਹੈ। ਜੀ ਲੈਂਡਲੋਰਡ ਐਂਡ ਟੈਨੈਂਟ ਬੋਰਡ ਹੈਵ ਦ ਐਕਸਕਲੂਸਿਵ ਜੂਰਿਸਡਿਕਸ਼ਨ until ਜੀ। unless it has been adjudicated by the landlord and tenant board. You cannot take it to the any court of law. ਤੇ ਓਕੇ। authority is there. ਪ੍ਰੋਬਲਮ ਕੀ ਆ ਰਹੀ ਹੈ ਅੱਜ ਕੱਲ੍ਹ ਕਿ ਫਰਜ਼ ਕਰੋ ਕਿ ਤੁਹਾਡਾ ਕਲੇਮ ਅੱਜ ਤੁਸੀਂ ਪਾਉਂਦੇ ਹੋ, ਜੇ ਉਹ ਜੀ ਸ਼ਾਰਟ ਟਾਈਮ ਦੇ ਵਿੱਚ, ਮਹੀਨੇ ਡੇਢ ਮਹੀਨੇ ਦੇ ਵਿੱਚ ਸੁਣਿਆ ਜਾਏ ਔਰ ਡਿਸਪੋਜ਼ ਜੀ। ਆਫ ਹੋ ਜਾਏ, ਤੇ ਹਾਂਜੀ। ਦੈਟ ਇਜ਼ ਦ ਪ੍ਰੋਪਰ ਡਿਸਪੈਂਸਮੈਂਟ ਆਫ ਜਸਟਿਸ। ਉਹ ਕਹਿੰਦੇ ਆ ਨਾ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜਸਟਿਸ ਡਿਲੇ ਇਜ਼ ਜਸਟਿਸ ਅਨਫੋਰਚੂਨੇਟਲੀ, ਡਿਨਾਈਡ, ਬਿਲਕੁਲ ਕਹਿੰਦੇ ਆ ਜੀ। ਤੇ ਨਾਓ ਅਨਫੋਰਚੂਨੇਟਲੀ ਗੱਲ ਕੀ ਹੈ ਕਿ ਇਹਨਾਂ ਕੋਲ ਐਡਜੂਡੀਕੇਟਰ ਘੱਟ ਨੇ। ਮੈਂ ਹਰ ਰੋਜ਼ ਤਕਰੀਬਨ ਹਫਤੇ ਦੇ ਵਿੱਚ ਮੇਰੀ 1-2 ਹੀਅਰਿੰਗ ਹੁੰਦੀਆਂ। ਜੀ ਜਦ ਵੀ ਤੁਸੀਂ ਹੀਅਰਿੰਗ ਦੇ ਵਿੱਚ ਆਉਂਦੇ ਹੋ ਤੇ ਐਡਜੂਡੀਕੇਟਰ ਕਹਿੰਦਾ ਹੈ ਨਾ, ਆਈ ਹੈਵ 27 ਮੈਟਰਸ ਔਨ ਦ ਡਾਕਟ। ਜੀ ਇੱਕ ਮੈਟਰ ਜਿਹੜਾ ਹੈ ਉਹ ਕਮ ਅਜ਼ ਕਮ ਜਦ ਜੇ ਆਰਗਿਊ ਹੋਏਗਾ ਤੇ 3 ਘੰਟੇ 3.5 ਘੰਟੇ ਲੈਂਦਾ। ਹਾਰਡਲੀ ਜੀ। ਲੈਂਡਲੋਰਡ ਐਂਡ ਟੈਨੈਂਟ ਬੋਰਡ 3 ਐਪਲੀਕੇਸ਼ਨਾਂ ਸੁਣ ਸਕਦਾ ਹੈ ਦਿਨ ਦੇ ਵਿੱਚ, 2 ਜਾਂ ਸਿਰਫ 3। 3 ਐਪਲੀਕੇਸ਼ਨਾਂ? ਦੇਖੋ ਜੀ, ਜੇ ਫਰਜ਼ ਕਰੋ ਤੁਹਾਡੀਆਂ 2 ਵਿਟਨੈਸਸ ਨੇ, ਜੀ ਟੈਨੈਂਟ ਦੀਆਂ ਵੀ 2 ਵਿਟਨੈਸਸ ਨੇ, ਤੁਸੀਂ ਜੀ ਐਗਜ਼ਾਮੀਨੇਸ਼ਨ ਕਰਨਾ ਹੈ, ਐਗਜ਼ਾਮੀਨੇਸ਼ਨ ਚੀਫ ਕਰਨਾ ਹੈ, ਕ੍ਰਾਸ ਐਗਜ਼ਾਮੀਨੇਸ਼ਨ ਕਰਨਾ ਹੈ, ਜੀ ਐਵੀਡੈਂਸ ਲੈ ਕੇ ਆਉਣਾ ਹੈ, ਸਬਮਿਸ਼ਨਸ ਦੇਣੀਆਂ, ਉਹ ਜੀ। 3-4 ਘੰਟੇ ਤਾਂ ਬੜੇ ਆਰਾਮ ਨਾਲ ਨਿਕਲ ਜਾਂਦੇ ਆ। ਹਾਂ, ਬਿਲਕੁਲ ਤੇ ਸਹੀ ਗੱਲ ਹੈ ਬਾਕੀ ਜੇ ਤੁਹਾਡੀ। 27 ਕੇਸ ਡਾਕਟ ਤੇ ਸੀ, ਤੁਸੀਂ 3 ਸੁਣੇ ਬਿਲ ਫਰਜ਼, ਤੁਸੀਂ 3 ਕੇਸ ਹਾਂ। ਸੁਣੇ, ਤੇ ਬਾਕੀ ਜਿਹੜੇ 25 ਬੰਦੇ ਸੀ ਉਹ ਤੇ ਫਿਰ ਉਹਨਾਂ ਦੀ ਜਜਮੈਂਟ ਹੋ ਗਈ, ਉਹ ਫਿਰ ਅੱਗੇ 5 ਮਹੀਨੇ ਦਾ ਡਿਲੇ ਹੋ ਗਿਆ। ਜੀ ਤੇ ਜੀ ਜੀ ਜੀ। 7 ਮਹੀਨੇ ਪਹਿਲਾਂ ਇੰਤਜ਼ਾਰ ਕੀਤਾ, ਹੁਣ 4 ਮਹੀਨੇ 5 ਮਹੀਨੇ ਅੱਗੇ ਡਿਲੇ ਫਿਰ ਹੋ ਗਿਆ, ਜਦ ਤੱਕ ਅਰਜੈਂਟ ਹੀਅਰਿੰਗ ਨਹੀਂ ਆਉਂਦੀ। ਤੇ ਬਹੁਤ ਬਹੁਤ ਪ੍ਰੋਬਲਮ ਹੈ ਲੋਕਾਂ ਨੂੰ। 3-3 4-4 ਵਾਰੀ ਐਡਜਰਨਮੈਂਟ ਹੁੰਦੀ ਹੈ। ਹਰ ਵਾਰੀ ਹਰ ਹੀਅਰਿੰਗ ਦੀ ਕਾਸਟ ਹੁੰਦੀ ਹੈ। ਕਿ ਫਰਜ਼ ਕਰੋ ਬਿਲਕੁਲ ਮੈਂ ਕਾਸਟ ਰਿਪਰੈਜ਼ੈਂਟ ਹੁੰਦੀ ਹੈ ਕਰਾਂਗਾ ਜੀ। ਤਾਂ ਮੈਂ ਹਰ ਹੀਅਰਿੰਗ ਦੀ ਕਾਸਟ ਲੈਣਾ।
ਤੇ ਹਾਂਜੀ ਇੱਕ ਬੰਦੇ ਨੇ, ਫਰਜ਼ ਕਰੋ ਤੁਸੀਂ ਮੈਨੂੰ ਕੇਸ ਦਿੱਤਾ ਹੈ, ਮੈਂ ਇੱਕ ਵਾਰੀ ਅਪੀਅਰ ਹੋਇਆ, ਉਹ urgent ਹੋ ਗਈ, ਫਿਰ ਸੈਕੰਡ ਹਾਂਜੀ ਵਾਰੀ ਅਪੀਅਰ ਹੋਇਆ, ਫਿਰ urgent ਹੋ ਗਈ, ਫਿਰ ਜੀ ਤੀਸਰੀ ਵਾਰੀ ਜਾ ਕੇ ਕਿਤੇ ਡਿਸਾਈਡ ਹੋਇਆ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ ਜੀ, ਬੜੀ ਇਹ ਵੀ ਤਵੱਜੋ ਵਾਲੀ ਗੱਲ ਹੈ ਜੀ, ਸਰਕਾਰ ਨੂੰ ਇਹਨਾਂ ਚੀਜ਼ਾਂ 'ਤੇ ਵੀ ਫੋਕਸ ਕਰਨਾ। ਸੋ ਦੇਰ ਆਰ ਮੈਨੀ ਮਾਈਕਰੋ ਡਾਇਨਾਮਿਕਸ ਜਿਹੜੇ ਕਿ ਗਵਰਨਮੈਂਟ ਨੂੰ ਨਜ਼ਰ ਮਾਰਨੇ ਪੈਣੇ ਆ ਬਿਫੋਰ ਕਿ ਆਪਾਂ ਕਹੀਏ ਜੀ ਸਰਕਾਰ ਦਾ ਪੂਰਾ ਫਾਲਟ ਹੈ, ਕਿਹਦਾ ਪੂਰਾ ਫਾਲਟ ਹੈ। ਸੋ ਬੋਟਮ ਲਾਈਨ ਆਪਣੀ ਇੱਥੇ ਹੈ। ਮੈਂ ਜੀ ਦੇਖੋ ਜੀ, ਮੇਰਾ ਨਜ਼ਦੀਕ ਸੋਲੂਸ਼ਨ ਇਹ ਹੈ ਕਿ ਦੇ ਹੈਵ ਟੂ ਅਪਾਇੰਟ ਮੋਰ ਐਡਜੂਡੀਕੇਟਰਸ ਸੋ ਦ ਦੇ ਹੈਵ ਟੂ ਬੈਕਲੌਗ ਕੈਨ ਆਪਾਂ ਬੀ ਰਿਲੀਜ਼ਡ। ਸੋ ਬਿਲਕੁਲ ਸਹੀ ਐਡਜੂਡੀਕੇਟਰ ਗੱਲ। ਜਿਹੜੇ ਨੇ ਇਸ ਵੇਲੇ ਘੱਟ ਨੇ, ਆਲਦੋ ਕਿ ਆਈ ਬਿਲੀਵ ਕਿ ਹੁਣ ਆਪਣਾ ਵਰਚੁਅਲ ਹੀਅਰਿੰਗ ਦੀ ਵਜ੍ਹਾ ਤੋਂ ਮੇਰਾ ਕੇਸ ਫॉर ਐਗਜ਼ਾਮਪਲ ਆਇਆ ਹੈ, ਤਾਂ ਜ਼ਰੂਰੀ ਨਹੀਂ ਕਿ ਟੋਰਾਂਟੋ ਦਾ ਮਿਸਿਸਾਗਾ ਸੈਂਟਰਲ ਆਫਿਸ ਜਿਹੜਾ ਹੈ ਸਕੁਅਰ 1 ਦੇ ਸਾਹਮਣੇ, ਜੀ ਕੇਸ ਮੈਂ ਉੱਥੇ ਫਾਈਲ ਕੀਤਾ ਹੈ। ਮੈਂ ਜਦ ਹੁਣ ਹੀਅਰਿੰਗ ਮੈਂ ਕਰ ਰਿਹਾ ਤੇ ਉਹਦਾ ਜਿਹੜੀ ਸੁਣਵਾਈ ਹੋ ਰਹੀ ਹੈ, ਉਹ ਐਡਜੂਡੀਕੇਟਰ ਬੈਠਾ ਹੈ ਬੈਰੀ ਦੇ ਵਿੱਚ। ਸੋ ਵਿਚ ਜੀ ਇਜ਼ ਗੁੱਡ ਕਿ ਜਿਹੜਾ ਐਡਜੂਡੀਕੇਟਰ ਅਵੇਲੇਬਲ ਹੈ ਉਹਨੂੰ ਉਹ ਸਾਈਨ ਕਰ ਦਿੰਦੇ ਆ। ਜ਼ਰੂਰੀ ਨਹੀਂ ਕਿ ਇੱਥੇ ਹੀ ਇਹ ਹੀ ਬੰਦਾ ਅਵੇਲੇਬਲ ਹੋਏ ਜੀ ਮਿਸਿਸਾਗਾ ਦੇ ਵਿੱਚ ਤੇ ਉਹੀ ਉਹਨੂੰ ਸੁਣੇ, ਤੇ ਉਹ ਫਾਇਦਾ ਵੀ ਹੈ। ਲੇਕਿਨ ਉਸ ਤੋਂ ਬਾਵਜੂਦ, ਕਿਉਂਕਿ ਗੱਲ ਇਹ ਹੈ ਕਿ ਪਿਛਲੇ 25 ਸਾਲਾਂ ਦੇ ਵਿੱਚ ਤੁਸੀਂ ਤੇ ਰੀਅਲ estate ਦੇ ਵਿੱਚੋਂ ਤੁਸੀਂ ਜੀ ਦੇਖੋ ਕਿ ਕਿੰਨੇ ਅਪਾਰਟਮੈਂਟ ਬਣੇ, ਰੈਂਟਲ ਮਾਰਕੀਟ ਜਿਹੜੀ ਹੈ ਕੁਆਡਰੂਪਲ ਤੋਂ ਵੀ ਜ਼ਿਆਦਾ ਹੋ ਗਈ ਹੈ। ਹੋ ਗਈ ਹੈ ਜੀ ਕੁਆਡਰੂਪਲ ਤੋਂ ਜ਼ਿਆਦਾ। तो ਉਹਦੀ ਵਜ੍ਹਾ ਤੋਂ ਹੋਇਆ ਕੀ ਹੈ ਕਿ ਜਦ ਐਨੀ ਮਾਰਕੀਟ ਰੈਂਟਲ ਮਾਰਕੀਟ ਵੱਧ ਗਈ ਹੈ ਤੇ ਜੀ ਉਹਨੇ ਕੇਸਿਸ ਵੀ ਫਿਰ ਵੱਧ ਗਏ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਦੈਟ ਇਜ਼ ਵੈਰੀ ਰਾਈਟ ਜੀ। ਕੇਸਾਂ ਦੀ ਜਿੰਨੀ ਐਕਸਪੈਂਸ਼ਨ ਹੈ ਜੀ, ਉਹਨੇ ਕੇਸਿਸ ਵਧਣੇ ਹੀ ਵਧਣੇ ਹੈ। ਤਾਂ ਹੁਣ ਸਿੰਪਲ ਜੀ ਫਿਲੋਸਫੀ ਹੈ, ਤਾਂ ਲੰਬੇ ਚੌੜਾ ਕੋਈ ਕੀ ਕਹਿੰਦੇ ਰੋਕਟ ਸਾਇੰਸ ਹੈ ਨਹੀਂ ਇਹਦੇ 'ਚ। ਬਿਲਕੁਲ ਤੁਹਾਡੀ ਜੀ। ਗੱਲ ਠੀਕ ਹੈ ਜੀ। ਸੋ ਮੇ ਵੀ ਸਾਡਾ ਜਿਹੜਾ ਨਜ਼ਰੀਆ ਸੀ, ਕਿਉਂਕਿ ਇੱਕ ਪਾਸੇ ਵੱਲ ਦੇਖਦੇ ਹਾਂ, ਮੈਨੂੰ ਜਿਹੜੀ ਨਾ ਇੱਕ ਬੰਦਾ ਐਮਪੈਥੈਟਿਕ ਹੋ ਜਾਂਦਾ, ਯਾਰ ਆਹ ਸਿਚੁਏਸ਼ਨ ਇਦਾਂ ਦੀ ਕਿਉਂ ਹੈਗੀ ਆ। ਸੋ ਮੌਜ਼ਮ ਸਾਹਿਬ ਇੱਕ ਸੀਨ ਹੋਲਡ ਰੱਖਣਾ ਸੀ, ਉਹਨੂੰ ਮੁੜ ਕੇ ਵਾਪਸ ਆਏ ਇੱਕ ਐਡ ਤੋਂ ਜੀ ਬਾਅਦ। ਜੀ ਜੀ। Are you looking for a reliable legal office that can handle your closing in the most effective manner? If yes, please get in touch with Rakesh Joshi at 416-213-8600. Joshi Law Office provides all the legal advices about real estate law, business law, immigration laws, notarization and affidavits, wills and trust. Give them a call today, 416-213-8600. Are you looking for reliable immigration services? If yes, contact Sukhi Paul at 647-296-4575 or office phone number 905-790-8877. They are located at 219-220 at 7956 Torban Road. It's right at the intersection of Torban Road and Steeles Avenue West. Contact them for all kind of visa services. Finding an honest and diligent insurance and investment advisor is a rarity these days. If you're looking for great advice, contact Mr. Bhupendra Mane, who is the regional director of Cosmos Financial Center. They are located at Union number 830 Top Flight Drive, Mississauga. The phone number to call is 647 448 6229. Give them a call today. Is your business suffering from performance? If yes, it is the right time to call Ravinder Duggi at 416-807-7986. She will find out the weak points and the points where the performance issues are paramount and help you fix those issues. Give her a call today. Do not be late. Are you looking to buy or sell your home or any commercial real estate? If yes, call me today at 647 333 2273 or 647 328 3279. I provide services in real estate and mortgages. I am mortgage broker with Akal Mortgages Inc., where when we say yes, we stand behind our promise. Reach out to me today. Do you want to shop right without burning your pockets? If yes, please visit Monisha Discount Warehouse at 377 Burnhamthorpe Road, East Mississauga, Ontario. They are the best. They have all kind of Indian, Pakistani and other local stuff that you can buy at literally throwaway prices.
contact them at